मेरे ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਵਰਸ। ਅੱਜ ਦੀ ਇਸ ਵੀਡੀਓ ਦੇ ਵਿੱਚ 10 ਸੈਂਟੈਂਸਸ ਕਰਾਂਗੇ। ਪਾਰਟ 1 ਮੈਂ ਇੱਥੇ ਲਿਖਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਪਾਰਟ ਦੇ ਵਿੱਚ ਆਪਣਾ ਫੋਕਸ ਹੋਏਗਾ ਸਿੰਪਲ ਵੋਕੈਬਲਰੀ ਦੇ ਉੱਪਰ ਕਿ ਟੁਮਾਰੋ ਨੂੰ ਕੀ ਕਹਿੰਦੇ ਹਨ, ਕਲਾਸਿਸ ਨੂੰ ਕਿਸ ਤਰੀਕੇ ਨਾਲ ਬੋਲਣਾ ਹੈ, ਪਤਝੜ ਨੂੰ ਕੀ ਕਹਿੰਦੇ ਹਨ, ਪੱਤਿਆਂ ਨੂੰ ਕੀ ਕਹਿੰਦੇ ਹਨ। ਬਟ ਪਾਰਟ ਸੈਕਿੰਡ ਦੇ ਵਿੱਚ ਇਸ ਵੀਡੀਓ ਦਾ ਮੈਂ ਗ੍ਰਾਮਰ ਪਾਰਟ ਐਕਸਪਲੇਨ ਕਰਾਂਗੀ, ਕਿਉਂਕਿ ਜੇਕਰ ਤੁਸੀਂ ਐਗਜ਼ਾਮ ਦੇਣਾ ਹੋਏਗਾ ਕੋਈ ਰਿਟਨ ਐਗਜ਼ਾਮ, ਤਾਂ ਉਸ ਦੇ ਵਿੱਚ ਸੈਂਟੈਂਸ ਕਿਸ ਤਰੀਕੇ ਨਾਲ ਬਣਦਾ ਹੈ ਫਿਰ ਤੁਹਾਨੂੰ ਉਸ ਪਾਰਟ ਦੇ ਵਿੱਚ ਕਲੈਰਿਟੀ ਹੋਏਗੀ। ਕਿਉਂਕਿ ਫਿਰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਕੋਈ ਵੀ ਸੈਂਟੈਂਸ ਆਵੇਗਾ ਤਾਂ ਤੁਸੀਂ ਬਣਾ ਸਕੋਗੇ ਆਸਾਨੀ ਨਾਲ। ਸੋ ਸਟਾਰਟ ਕਰਦੇ ਹਾਂ ਆਪਾਂ ਆਪਣੀ ਵੀਡੀਓ। ਸਭ ਤੋਂ ਪਹਿਲਾਂ ਮੈਂ ਲਿਖਿਆ ਹੈ ਕਲਾਸਿਸ ਸਟਾਰਟ ਟੁਮਾਰੋ। ਪੰਜਾਬੀ ਵਿੱਚ ਇਸ ਦਾ ਮਤਲਬ ਕਿ ਕਲਾਸਾਂ ਜਿਹੜੀਆਂ ਕੱਲ੍ਹ ਨੂੰ ਸ਼ੁਰੂ ਹੋਣਗੀਆਂ। ਹੁਣ ਦੇਖਣਾ ਕਿ ਟੁਮਾਰੋ ਨੂੰ ਕੀ ਕਹਿੰਦੇ ਹਨ। ਟੁਮਾਰੋ ਨੂੰ ਕਹਿੰਦੇ ਹਨ ਮਨਿਆਨਾ। ਠੀਕ ਹੈ, ਪੋਰਲਾ ਮਨਿਆਨਾ ਨਹੀਂ ਕਹਿਣਾ ਕਿਉਂਕਿ ਉਸ ਦਾ ਮਤਲਬ ਹੁੰਦਾ ਹੈ ਮਾਰਨਿੰਗ ਟਾਈਮ। ਔਰ ਇਹ ਜਿਹੜਾ ਹੈ ਕਲਾਸਿਸ ਇਸ ਤਰੀਕੇ ਨਾਲ ਬੋਲਣਾ ਹੈ। ਮਤਲਬ ਇੱਥੇ ਸਿਰਫ ਇੰਨਾ ਫਰਕ ਹੈ ਕਿ ਇੱਥੇ ਡਬਲ ਐਸ ਆਉਂਦਾ, ਦੋਬਲੇ ਐਸੇ, ਔਰ ਇੱਥੇ ਜਿਹੜਾ ਸਿੰਗਲ ਐਸ ਆ ਲਾਸਟ ਕਲਾਸਿਸ। ਐਮਪੀਐਸਾਨ ਮਨਿਆਨਾ। ਨੈਕਸਟ ਸੈਂਟੈਂਸ ਹੈ ਜੀ ਦ ਲੀਵਸ ਫਾਲ ਇਨ ਆਟਮ। ਮਤਲਬ ਜਿਹੜੇ ਪੱਤੇ ਆ ਉਹ ਪਤਝੜ ਦੇ ਵਿੱਚ ਡਿੱਗਦੇ ਆ। ਪਤਝੜ ਨੂੰ ਕੀ ਕਹਿੰਦੇ ਆ? ਓਤੋਨੀਓ। ਪੱਤਿਆਂ ਨੂੰ ਕੀ ਕਹਿੰਦੇ ਆ? ਓਖਾਸ। ਮਤਲਬ ਇੱਕ ਪੱਤਾ ਹੋਵੇ ਤਾਂ ਓਖਾ, ਐਚ ਸਾਈਲੈਂਟ, ਔਰ ਪੱਤੇ ਜ਼ਿਆਦਾ ਇਸ ਲਈ ਹੋ ਗਿਆ ਓਖਾਸ। ਠੀਕ ਹੈ, ਜਿਹੜੀਆਂ ਵਰਬਸ ਨੇ ਪ੍ਰੈਪੋਜੀਸ਼ਨ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਵਟ ਕਾਈਂਡ ਆਫ ਇਨਫੋਰਮੇਸ਼ਨ ਆਰ ਯੂ ਲੁਕਿੰਗ ਫਾਰ। ਮਤਲਬ ਤੁਸੀਂ ਕਿਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਲੱਭ ਰਹੇ ਹੋ। ਕਿ tipo de información। ਇਨਫੋਰਮਾਸੀਓਨ ਜਿੱਦਾਂ ਦੇਖਿਆ ਜਾਵੇ ਤਾਂ ਸਿਰਫ ਇੱਧਰ ਟੀ ਆ ਰਹੀ ਹੈ, ਇੱਧਰ ਸੀ ਆ ਰਹੀ ਆ। ਠੀਕ ਹੈ, ਲੇਤਰਾ ਸੀ ਤਾਂ ਇੱਥੇ ਜਿਹੜਾ ਓ ਦੇ ਉੱਪਰ ਹੈ ਤਿਲ ਦੇ ਹੈ। ਠੀਕ ਹੈ, ਔਰ ਇਸ ਨੂੰ ਜ਼ਰੂਰ ਪਾਉਣਾ ਹੈ। ਜੇਕਰ ਤੁਸੀਂ ਇਸ ਨੂੰ ਨਹੀਂ ਪਾਓਗੇ ਤਾਂ ਇਹ ਰਿਟਨ ਦੇ ਵਿੱਚ ਮਿਸਟੇਕ ਹੈ। ਟਾਈਪ ਹੋ ਗਿਆ tipo, ਕਾइंड ਹੋ ਗਿਆ ਮਤਲਬ ਟਾਈਪ ਕਹਿ ਲਓ ਜਾਂ ਕਾइंड ਕਹਿ ਲਓ, ਕਿਸ ਕਿਸਮ ਦਾ tipo। Que tipo de información estás buscando। ਨੈਕਸਟ ਸੈਂਟੈਂਸ ਹੈ ਵਟ ਇਜ਼ ਯੂਰ ਸਰਨੇਮ। ਕੁਆਲ ਇਸ ਤੂ ਆਪੇਈਦੋ। ਹੁਣ ਵੀਵਰਸ ਜਦੋਂ ਸਟਾਰਟਿੰਗ ਦੇ ਵਿੱਚ ਸਪੈਨਿਸ਼ ਸਿੱਖਦੇ ਆ ਤਾਂ ਵਟ ਦਾ ਮਤਲਬ ਹੁੰਦਾ ਕੇ, ਇਸ ਤਰੀਕੇ ਨਾਲ ਜਿੱਦਾਂ ਮੈਂ ਇੱਥੇ ਲਿਖਿਆ। ਬਟ ਜਦੋਂ ਕਿਸੇ ਦਾ ਨਾਮ ਪੁੱਛਣਾ ਹੋਵੇ ਜਾਂ ਸਰਨੇਮ ਪੁੱਛਣਾ ਹੋਵੇ ਉੱਥੇ ਕਦੀ ਵੀ ਨਹੀਂ ਕਹਿਣਾ ਕਿ ਇਸ ਤੋਂ ਨੋਮਬਰੇ, ਕੇ ਇਸ ਤੂ ਆਪੇਈਦੋ। ਉਹ ਗਲਤ ਹੋਵੇਗਾ। ਹਮੇਸ਼ਾ ਹੀ ਹੁੰਦਾ ਹੈ ਕੁਆਲ ਇਸ ਤੂ ਨੋਮਬਰੇ, ਕੁਆਲ ਇਸ ਤੂ ਆਪੇਈਦੋ। ਔਰ ਦੋਬਲੇ ਐਲੇ ਦੀ ਸਾਊਂਡ ਕਿਸ ਤਰੀਕੇ ਨਹੀਂ ਹੈ ਮੈਂ ਬਹੁਤ ਵਾਰੀ ਐਕਸਪਲੇਨ ਕੀਤਾ। ਜਿੱਦਾਂ ਆਪਾਂ ਯੈਸ ਲਿਖਦੇ ਨਾ ਇੰਗਲਿਸ਼ ਵਿੱਚ, ਉਹ ਵਾਲੀ ਸਾਊਂਡ ਆਪੇਈਦੋ। ਨੈਕਸਟ ਸੈਂਟੈਂਸ ਹੈ ਜੀ ਹੀ ਯੂਜ਼ਲੀ ਕਮਸ ਇਨ ਟਾਈਮ। ਮਤਲਬ ਉਹ ਅਕਸਰ ਜਿਹੜਾ ਸਮੇਂ ਸਿਰ ਆਉਂਦਾ। ਤਾਂ ਯੂਜ਼ਲੀ ਹੋ ਗਿਆ ਅਕਸਰ ਪੋਰਲੋ ਖੇਨੇਰਾਲ। ਜੀ ਨਾਲ ਇਸ ਨੂੰ ਸਾਊਂਡ ਨਹੀਂ ਕਰਨਾ, ਖੇਨੇਰਾਲ। ਯੇਗਾ ਆ tiempo। tiempo ਹੋ ਗਿਆ ਸਮਾਂ, ਟਾਈਮ। ਨੈਕਸਟ ਸੈਂਟੈਂਸ ਦ ਡਾਕਟਰ ਇਜ਼ ਨਾਟ ਅਵੇਲੇਬਲ ਨਾਉ। ਮਤਲਬ ਜਿਹੜਾ ਡਾਕਟਰ ਆ ਉਹ ਅਵੇਲੇਬਲ ਨਹੀਂ ਹੈਗਾ। ਅਵੇਲੇਬਲ ਹੁੰਦਾ disponible, disponible, ਮੇਡੀਕੋ। ਇੱਥੇ ਤਿਲ ਦੇ ਆ ਰਿਹਾ ਹੈ ਏ ਦੇ ਉੱਪਰ ਔਰ ਇੱਥੇ ਆ ਦੇ ਉੱਪਰ, ਤਾਂ ਇਸ ਨੂੰ ਮਤਲਬ ਯਾਦ ਰੱਖਣਾ। ਇਹ ਰਿਟਨ ਮਿਸਟੇਕ ਹੁੰਦੀ ਹੈ ਜੇਕਰ ਆਪਾਂ ਨਹੀਂ ਪਾਉਂਦੇ ਤਾਂ। El médico no está disponible। Next sentence ਹੈ the value of the dollar is going up। ਮਤਲਬ ਜਿਹੜੀ ਡਾਲਰ ਦੀ ਕੀਮਤ ਆ ਉਹ ਵੱਧ ਰਹੀ। ਜਿੱਦਾਂ ਆਪਾਂ ਕਹਿੰਦੇ ਕਿ ਡਾਲਰ ਉੱਪਰ ਜਾ ਰਿਹਾ ਤਾਂ el valor del dólar está subiendo। ਮਤਲਬ ਜਿਹੜਾ ਇਹ ਸੈਂਟੈਂਸ ਹੈਗਾ ਇਹ ਪ੍ਰੈਜ਼ੈਂਟ ਕੰਟੀਨਿਊਸ ਆ, yendo। ਨੈਕਸਟ ਪਾਰਟ ਦੇ ਵਿੱਚ ਮੈਂ ਜ਼ਿਆਦਾ ਐਕਸਪਲੇਨ ਕਰਾਂਗੀ। ਨੈਕਸਟ ਸੈਂਟੈਂਸ ਕੰਗ੍ਰੈਚੁਲੇਸ਼ਨਸ ਟੂ ਆਲ। ਜਿੱਦਾਂ ਆਪਾਂ ਕਹਿੰਦੇ ਹਾਂ ਸਾਰਿਆਂ ਨੂੰ ਮੁਬਾਰਕਾਂ, ਜਿੱਦਾਂ ਵਧਾਈਆਂ ਵੀ ਆਪਾਂ ਯੂਜ਼ ਕਰਦੇ ਵਰਡ ਪੰਜਾਬੀ 'ਚ। ਤਾਂ ਫੇਲੀਸੀਟਾਸੀਓਨੇਸ। ਮਤਲਬ ਇਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਤੁਸੀਂ ਬੋਲ ਸਕਦੇ ਹੋ ਪਹਿਲਾਂ ਹੀ ਵਾਰ। ਫੇਲੀਸੀਟਾਸੀਓਨੇਸ ਆ ਤੋਦੋਸ। ਨੈਕਸਟ ਸੈਂਟੈਂਸ ਹੈ ਜੀ ਦ ਹਾਊਸ ਇਜ਼ ਔਨ ਸੇਲ। ਮਤਲਬ ਜਿਹੜਾ ਘਰ ਹੈ ਉਹ ਜਿੱਦਾਂ ਵੇਚਣ ਵਾਸਤੇ ਕੋਈ ਚੀਜ਼ ਲੱਗੀ ਹੋਵੇ ਤਾਂ ਤੁਸੀਂ ਦੇਖਿਆ ਵੀ ਹੋਣਾ ਉੱਪਰ ਲਿਖਿਆ ਹੁੰਦਾ ਵੇਨਤਾ। ਲਾ ਕਾਸਾ ਏਸਤਾ ਇਨ ਵੇਨਤਾ। ਇੱਥੇ ਵੀ ਜਿਹੜਾ ਹੈ ਤਿਲ ਦੇ ਦੇਖਣਾ ਕਿ ਕਿੱਥੇ ਆ ਰਿਹਾ ਹੈ। ਤੇ ਨੈਕਸਟ ਆਪਣਾ ਸੈਂਟੈਂਸ ਹੈ ਲਾ ਕਾਸਾ ਏਸਤਾ ਅਲਕੀਲੇਰ। ਮਤਲਬ ਜਿਹੜਾ ਘਰ ਹੈ ਉਹ ਕਿਰਾਏ ਤੇ ਹੈ। ਆਲਕੀਲੇਰ ਜਿਹੜਾ ਉਹ ਹੈ ਇਹ ਬਿਲਕੁਲ ਸਾਈਲੈਂਟ ਹੈ। ਤਾਂ ਵਿਊਵਰਸ ਇਸ ਦੇ ਵਿੱਚ ਆਪਾਂ ਇਸ ਪਾਰਟ ਦੇ ਵਿੱਚ ਜਿਹੜੀ ਵੀ ਵੋਕੈਬਲਰੀ ਕੀਤੀ ਉਹਨਾਂ ਦੇ ਵਿੱਚ ਮੇਨ ਰਹੀ ਕਲਾਸਿਸ,
mañana, otoño, hojas, información, tipo, apellido, por lo general, tiempo médico disponible, valor, dólar, felicitaciones, venta, alquiler। ठीक है, ਤੁਸੀਂ ਇਹਨਾਂ ਦੇ ਨੋਟਸ ਵੀ ਬਣਾ ਸਕਦੇ ਹੋ ਜੇਕਰ ਬਿਗਿਨਰ ਲੈਵਲ ਹੈ ਤਾਂ। ਚੱਲ ਆਪਾਂ ਹੁਣ ਚੱਲਦੇ ਹਾਂ ਜੀ ਨੈਕਸਟ ਪਾਰਟ ਵੱਲ। ਸਭ ਤੋਂ ਪਹਿਲਾਂ ਦੇਖੋ ਮੈਂ ਇੱਥੇ ਲਿਖਿਆ ਹੈ ਲਾਸਟ ਕਲਾਸਿਸ, ਮਤਲਬ ਲਾਸਟ ਕੀ ਹੈਗਾ ਵਿਊਵਰਸ, ਆਰਟੀਕਲ। ਠੀਕ ਹੈ, ਔਰ ਇਹ ਪਲੂਰਲ ਫਾਰਮ ਹੈ। ਲਾ ਕਲਾਸੇ ਹੋਣਾ ਸੀ ਇੱਕ ਕਲਾਸ ਆ, ਹੁਣ ਕਲਾਸਿਸ ਜ਼ਿਆਦਾ ਤਾਂ ਇਸ ਦੀ ਪਲੂਰਲ ਫਾਰਮ ਹੋ ਗਈ। ਐਸੇ ਜਿਹੜਾ ਹੈ ਐਡ ਹੋਇਆ ਹੈ, ਇੰਗਲਿਸ਼ ਦਾ ਐਸ ਔਰ ਸਪੈਨਿਸ਼ ਦਾ ਐਸੇ। ਠੀਕ ਹੈ, ਲਾ ਕਲਾਸਿਸ। ਔਰ ਜਿਹੜੇ ਇੰਪੇਸਾਰ ਹੈ ਇਸ ਦੇ ਪਿੱਛੇ ਜਿਹੜੀ ਵਰਬ ਮੇਨ ਹੈ, ਕੱਲੀ ਵਰਬ ਉਹ ਕਿਹੜੀ ਸੀਗੀ, ਇੰਪੇਸਾਰ। ਠੀਕ ਹੈ, ਇਸ ਦੀਆਂ ਕੀ ਕੰਜੂਗੇਸ਼ਨਾਂ ਹੁੰਦੀਆਂ, ਮਤਲਬ ਕਿਸ ਤਰੀਕੇ ਨਾਲ ਵਰਬ ਬਦਲਦੀ ਹੈ। ਜਿਵੇਂ ਆਪਣੇ ਲਈ ਹੁੰਦਾ ਹੈ ਉਹ, ਸੈਕਿੰਡ ਪਰਸਨ ਲਈ ਕੀ ਹੁੰਦਾ ਵਿਊਵਰਸ, ਮੇਰੇ ਲਿਖਣ ਤੋਂ ਪਹਿਲਾਂ ਤੁਸੀਂ ਸੋਚਿਆ ਕਰੋ। ਸੈਕਿੰਡ ਲਈ ਆਪਾਂ ਏ ਐਸੇ ਕਹਿੰਦੇ ਹਾਂ, ਆਸ ਲੱਗਦਾ ਹੈ। ਥਰਡ ਦੇ ਲਈ ਆ, ਔਰ ਇਹਨਾਂ ਦੀਆਂ ਹੀ ਪਲੂਰਲ ਫਾਰਮ ਹੋ ਜਾਂਦੀਆਂ ਹਨ, ਆਮੋਸ, ਆਈਸ ਔਰ ਆਨ। ਔਰ ਇਹਨਾਂ ਵਿੱਚੋਂ ਕਿਹੜੀ ਕੰਜੂਗੇਸ਼ਨ ਯੂਜ਼ ਹੋਈ ਹੈ, ਇਹ ਵਾਲੀ, ਆਨ ਵਾਲੀ, ਮਤਲਬ ਥਰਡ ਪਰਸਨ ਪਲੂਰਲ। ਠੀਕ ਹੈ, ਥਰਡ ਪਰਸਨ ਕੀ ਹੁੰਦਾ, ਜਿਸ ਦੇ ਬਾਰੇ ਗੱਲ ਕਰੀਏ। ਔਰ ਜਿਸ ਤਰੀਕੇ ਨਾਲ ਮਤਲਬ ਜਿਹੜਾ ਕਲਾਸਿਸ ਆ ਕੋਈ ਥਰਡ ਪਰਸਨ ਤੇ ਨਹੀਂ, ਬਟ ਇਹਨਾਂ ਦੇ ਲਈ ਜਦੋਂ ਕੰਜੂਗੇਸ਼ਨ ਯੂਜ਼ ਹੁੰਦੀ ਹੈ ਤਾਂ ਉਹ ਹਮੇਸ਼ਾ ਹੀ ਥਰਡ ਪਰਸਨ ਵਾਲੀ ਯੂਜ਼ ਹੁੰਦੀ ਹੈ। ਜੇਕਰ ਆਪਾਂ ਕਿਸੇ ਵਸਤੂ ਦੀ ਗੱਲ ਕਰੀਏ, ਜਿੱਦਾਂ ਇੰਗਲਿਸ਼ ਵਿੱਚ ਹੁੰਦਾ ਨਾ ਹੀ ਸ਼ੀ ਦੇ ਨਾਲ ਇਟ ਲੱਗਾ ਹੁੰਦਾ, ਔਰ ਇਟ ਦੇ ਨਾਲ ਉਹੀ ਕੰਜੂਗੇਸ਼ਨ ਯੂਜ਼ ਹੁੰਦੀ ਜੋ ਹੀ ਸ਼ੀ ਦੇ ਨਾਲ ਹੁੰਦੀ ਹੈ। ਠੀਕ ਹੈ, ਨੈਕਸਟ ਸੈਂਟੈਂਸ ਹੈ ਦੇ ਵਿੱਚ ਆਪਾਂ ਮੇਨ ਜਿਹੜੀ ਇਸ ਦੇ ਵਿੱਚ ਆਈ ਵਰਬ ਸੀ ਆਪਣੀ ਕਾਇਨ, ਮਤਲਬ ਜਿਹੜੇ ਪੱਤੇ ਆ ਉਹ ਝੜਦੇ ਆ। ਸੇਮ ਇਹੀ ਇਹਦੇ ਵਿੱਚ ਪੈਟਰਨ ਫੋਲੋ ਹੋ ਰਿਹਾ ਕਿ ਜਿਹੜੀ ਥਰਡ ਪਰਸਨ ਦੀ ਪਲੂਰਲ ਜਿਹੜੀ ਹੈ ਕੰਜੂਗੇਸ਼ਨ ਯੂਜ਼ ਹੋ ਰਹੀ। ਬਟ ਇਸ ਵਰਬ ਦੇ ਕੀ ਡਿਫਰੈਂਸ ਇਸ ਦੇ ਨਾਲੋਂ ਕਿ ਇਸ ਦੇ ਵਿੱਚ ਜਿਹੜੀ ਵਰਬ ਹੈ ਉਹ ਏ ਏਰੇ ਤੇ ਡ੍ਰੌਪ ਹੋ ਰਹੀ ਹੈ, ਮਤਲਬ ਐਂਡਿੰਗ ਉਸ ਦੀ ਇਸ ਤੇ ਹੋ ਰਹੀ ਹੈ, ਇਸ ਲਈ ਇਸ ਦੀਆਂ ਕੰਜੂਗੇਸ਼ਨ ਡਿਫਰੈਂਟ ਹੁੰਦੀਆਂ ਹਨ। ਸੋ ਪਹਿਲਾਂ ਤੁਸੀਂ ਸੋਚੋ ਕਿ ਇਹ ਜਿਹੜੀਆਂ ਕੰਜੂਗੇਸ਼ਨਾਂ ਹਨ, ਮਤਲਬ ਇਹ ਕਿਸ ਤਰੀਕੇ ਨਾਲ ਬਦਲਦੀਆਂ ਹਨ। ਠੀਕ ਹੈ, ਏ ਏਰੇ ਤੇ ਡ੍ਰੌਪ ਹੋਣ ਵਾਲੀ ਵਰਬਸ ਦੇ ਵਿੱਚ ਕੰਜੂਗੇਸ਼ਨਾਂ ਆਉਂਦੀਆਂ ਹਨ। ਫਰਸਟ ਪਰਸਨ ਦੇ ਲਈ ਓ, ਸੈਕਿੰਡ ਦੇ ਲਈ ਏ ਐਸ ਤੇ, ਥਰਡ ਦੇ ਲਈ ਕੀ ਹੁੰਦਾ ਹੈ ਏ। ਜਿਸ ਤਰੀਕੇ ਨਾਲ ਇੱਥੇ ਆ ਹੈ ਤਾਂ ਇੱਥੇ ਆ ਐਸੇ ਆ ਰਿਹਾ, ਔਰ ਇੱਥੇ ਆ ਔਰ ਇੱਥੇ ਏ ਔਰ ਐਸੇ ਏ ਆ ਰਿਹਾ। ਲਿਟਲ ਬਿਟ ਕਨਫਿਊਜ਼ਿੰਗ ਲੱਗੇਗਾ ਜੇਕਰ ਤੁਸੀਂ ਬਿਲਕੁਲ ਬਿਗਿਨਰ ਹੋ, ਬਾਅਦ ਦੇ ਵਿੱਚ ਇਹ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ। ਠੀਕ ਹੈ, ਅੱਗੇ ਇਹਨਾਂ ਦੀ ਬਣਾਉਣੀ ਹੈ ਪਲੂਰਲ ਫਾਰਮ, ਏਮੋਸ, ਜਿੱਦਾਂ ਇੱਥੇ ਆਮੋਸ ਆ, ਔਰ ਇੱਥੇ ਕੀ ਹੋ ਜਾਏਗਾ ਵੀਵਰਸ, ਏਸ। ਠੀਕ ਹੈ, ਜੇਕਰ ਧਿਆਨ ਦੇ ਨਾਲ ਦੇਖੀਏ ਆਪਾਂ ਇਸ ਨੂੰ ਤਾਂ ਇਹ ਕਿਉਂਕਿ ਇਹ ਆ ਏ ਏਰੇ ਤੇ ਡ੍ਰੌਪ ਹੋ ਰਹੀ ਹੈ, ਔਰ ਇੱਥੇ ਏ ਆ ਰਿਹਾ, ਔਰ ਇੱਥੇ ਆ ਰਿਹਾ। ਠੀਕ ਹੈ, ਇਸ ਲਈ ਔਰ ਇੱਥੇ ਕਿਹੜੀ ਆਪਾਂ ਕੰਜੂਗੇਸ਼ਨ ਯੂਜ਼ ਕੀਤੀ, ਆਏ ਨੇ, ਮਤਲਬ ਕਿ ਆ ਮੈਂ ਹੁਣ ਤੁਹਾਨੂੰ ਇਸ ਸੈਂਟੈਂਸ ਦੇ ਵਿੱਚ ਕੰਜੂਗੇਸ਼ਨਾਂ ਲਿਖ ਕੇ ਦਿਖਾ ਦਿੱਤੀਆਂ ਜਿਹੜੀਆਂ ਵਰਬਾਂ ਏ ਏਰੇ ਤੇ ਡ੍ਰੌਪ ਹੁੰਦੀਆਂ, ਸਿੰਗੂਲਰ ਔਰ ਇਹ ਪਲੂਰਲ। ਏਨ ਹੋ ਗਿਆ ਸੀਗਾ ਆਪਣਾ ਇੱਥੇ ਜਿੱਦਾਂ ਇਨ ਲਿਖਿਆ, ਏਨ ਹੋ ਗਈ ਪ੍ਰੈਪੋਜੀਸ਼ਨ, ਔਰ ਏਲ ਹੋ ਗਿਆ ਆਰਟੀਕਲ। ਠੀਕ ਹੈ ਵਿਊਵਰਸ, ਬਟ ਇਸ ਵਰਬ ਨੂੰ ਜੇਕਰ ਮੈਂ ਆਪਣੇ ਲਈ ਚੇਂਜ ਕਰਨਾ ਹੋਵੇ ਤਾਂ ਮੈਂ ਕੀ ਲਿਖਾਂਗੀ, ਇਸ ਤਰੀਕੇ ਨਾਲ, ਕਾਓ, ਨੋ ਦਿਸ ਇਜ਼ ਰੋਂਗ। ਮੈਂ ਆਪਣੇ ਲਈ ਲਿਖਾਂਗੀ ਕਾਈਗੋ, ਮਤਲਬ ਈ ਔਰ ਜਿਹੜੀ ਜੀ ਹੈ ਇੰਗਲਿਸ਼ ਦੀ ਇਹਦੇ ਵਿੱਚ ਐਡ ਹੋਏਗੀ ਲੇਤਰਾ ਖੇ, ਈ ਔਰ ਲੇਤਰਾ ਖੇ। ਉਮੀਦ ਹੈ ਕਿ ਵਿਊਵਰਸ ਜੋ ਮੈਂ ਸਮਝਾਉਣਾ ਚਾਹ ਰਹੀ ਹਾਂ ਤੁਹਾਨੂੰ ਸਮਝ ਵਿੱਚ ਆ ਰਿਹਾ ਹੋਵੇਗਾ ਕਿ ਇਸ ਚੀਜ਼ ਨੂੰ, ਵਰਬਸ ਨੂੰ ਸਮਝਣਾ ਕਾਫੀ ਕਨਫਿਊਜ਼ਿੰਗ ਵੀ ਹੈ ਔਰ ਇਹ ਬਹੁਤ ਇੰਪੋਰਟੈਂਟ ਹੈ। ਨੈਕਸਟ ਸੈਂਟੈਂਸ ਦੇ ਵਿੱਚ ਜਿਸ ਤਰੀਕੇ ਨਾਲ ਵਿਊਵਰਸ ਇਸਤਾਸ ਆਇਆ, ਠੀਕ ਹੈ, ਇਸ ਦੇ ਪਿੱਛੇ ਮੇਨ ਵਰਬ ਹੈ ਇਸਤਾਰ, ਮਤਲਬ ਟੂ ਬੀ ਹੋਣਾ। ਸੈਕਿੰਡ ਪਰਸਨ ਦੇ ਲਈ ਆਪਾਂ ਇਸਤਾਸ ਕਹਿਣਾ, ਜਿੱਦਾਂ ਕੋਮੋ ਇਸਤਾਸ। ਠੀਕ ਹੈ, ਆਰ ਯੂ, ਔਰ ਇਹ ਜਿਹੜੀ ਵਰਬ ਹੈ ਇਹ ਟੈਂਪਰੇਰੀ ਕੰਡੀਸ਼ਨਸ ਲਈ ਆਪਾਂ ਯੂਜ਼ ਕਰਦੇ ਹਾਂ। ਸੇਰ ਹੁੰਦੀ ਹੈ ਪਰਮਾਨੈਂਟ ਦੇ ਲਈ। ਵਰਬਸ ਵਾਲੀ ਪਲੇਲਿਸਟ ਅਲੱਗ ਤੋਂ ਹੈ, ਜਿਹੜੇ ਵਿਊਵਰ ਸਿੱਖਣਾ ਚਾਹੁੰਦੇ ਹਨ ਤਾਂ ਉਹ ਵੀਡੀਓਜ਼ ਦੀ ਪਲੇਲਿਸਟ ਦੇ ਉੱਪਰ ਜਾ ਕੇ ਦੇਖ ਸਕਦੇ ਹਨ। ਵਰਬ ਸੇਰ ਔਰ ਇਸਤਾਰ ਉੱਪਰ ਪੂਰੀ ਵੀਡੀਓ ਹੈ ਇਸ ਵਰਬ ਦੇ ਉੱਪਰ। ਦਿਸ ਇਜ਼ ਮੋਸਟ ਇੰਪੋਰਟੈਂਟ ਵਰਬ। ਨੈਕਸਟ ਮੈਂ ਲਿਖਿਆ ਹੈ ਬੁਸਕਾਂਦੋ, ਮਤਲਬ ਇਸ ਦੇ ਪਿੱਛੇ ਵੀ ਜਿਹੜੀ ਮੇਨ ਵਰਬ ਹੈ ਉਹ ਹੈਗੀ ਹੈ ਬੁਸਕਾਰ। ਜਿੱਦਾਂ ਇੰਗਲਿਸ਼ ਵਿੱਚ ਵੀ ਦੇਖੋ ਤਾਂ ਇੱਥੇ ਲਿਖਿਆ ਹੈ ਲੁਕਿੰਗ, ਤਾਂ ਲੁੱਕ ਹੁੰਦੀ ਹੈ ਵਰਬ ਦੇਖਣਾ, ਦੇਖਣਾ ਮੇਨ ਵਰਬ ਹੁੰਦੀ ਹੈ ਟੂ ਲੁੱਕ। ਠੀਕ ਹੈ, ਪਰ ਆਪਾਂ ING ਲਗਾਇਆ ਤਾਂ ਇਹ ਸੈਂਟੈਂਸ ਹੋ ਗਿਆ ਹੈ ਪ੍ਰੈਜ਼ੈਂਟ ਕੰਟੀਨਿਊਸ, ਤਾਂ ਆ ਗਿਆ ਬੁਸਕਾਂਦੋ।
ਜਦੋਂ ਵੀ ਆ ਏਰੇ ਤੇ ਵਰਬ ਡ੍ਰੌਪ ਹੋਵੇ ਕੰਟੀਨਿਊਸ ਸੈਂਟੈਂਸ, ਉਹ ਜਿਹੜੀ ਪਹਿਲਾਂ ਮੈਂ ਕੰਜੂਗੇਸ਼ਨਾਂ ਦਸੀਆਂ ਓ, ਆਸ, ਆਮੋਸ, ਆਈਸ, ਆਨ, ਉਹ ਹੁੰਦੀਆਂ ਪ੍ਰੈਜ਼ੈਂਟ, ਸਿੰਪਲ ਪ੍ਰੈਜ਼ੈਂਟ, ਬਟ ਜਦੋਂ ਕੰਟੀਨਿਊਸ ਹੋਵੇ ਤਾਂ ਇਸ ਤਰੀਕੇ ਨਾਲ ਲਿਖਣਾ, ਸਿੰਪਲੀ ਆਂਦੋ। ਨੈਕਸਟ ਸੈਂਟੈਂਸ ਦੇ ਵਿੱਚ ਕੁਛ ਗ੍ਰਾਮਰ ਜ਼ਿਆਦਾ ਹੈ ਨਹੀਂ, ਇਸ ਦੇ ਵਿੱਚ ਜਿੱਦਾਂ ਯੂਅਰ ਹੈ ਤਾਂ ਇਸ ਨੂੰ ਇਸ ਤਰੀਕੇ ਨਾਲ ਜੇਕਰ ਤੁਸੀਂ ਲਿਖ ਦੋਗੇ, ਮਤਲਬ ਤਿਲ ਦੇ ਲਗਾਓਗੇ ਤਾਂ ਇਸ ਦਾ ਮਤਲਬ ਹੋਵੇਗਾ ਤੂੰ, ਸਾਹਮਣੇ ਵਾਲਾ ਪਰਸਨ, ਤੁਸੀਂ ਲਈ ਉਸ ਤੇ ਹੁੰਦਾ ਤੂੰ ਹੋ ਗਿਆ ਤੂੰ, ਬਟ ਜੇਕਰ ਆਪਾਂ ਯੂਅਰ ਕਹਿਣਾ ਹੋਵੇ ਤਾਂ ਇਸ ਤਰੀਕੇ ਨਾਲ ਲਿਖਣਾ ਹੈ, ਠੀਕ ਹੈ। ਨੈਕਸਟ ਵਰਬ, ਇਸ ਦੇ ਪਿੱਛੇ ਯੇਗਾ ਦੇ ਪਿੱਛੇ ਮੇਨ ਵਰਬ ਕਿਹੜੀ ਹੈ ਵਿਊਵਰਸ, ਤੁਸੀਂ ਖੁਦ ਸੋਚੋ ਪਹਿਲਾਂ। ਯੇਗਾਰ, ਸਿਰਫ ਮਤਲਬ ਸੌਰੀ ਆਰ ਆ ਜਾਣਾ ਹੈ, ਠੀਕ ਹੈ, ਔਰ ਥਰਡ ਪਰਸਨ ਦੇ ਲਈ ਜਿਹੜਾ ਹੈ ਸਿਰਫ ਆ ਰਹਿ ਜਾਂਦਾ ਹੈ। ਇਹ ਉਹੀ ਕੰਜੂਗੇਸ਼ਨ ਆ, ਓ, ਆਸ, ਆ, ਆਮੋਸ, ਆਈਸ, ਆਨ। ਨੈਕਸਟ ਸੈਂਟੈਂਸ ਦੇ ਵਿੱਚ ਸੇਮ ਇਹੀ, ਜਿਸ ਤਰੀਕੇ ਨਾਲ ਇਜ਼ ਹੈ ਤਾਂ ਮੇਨ ਵਰਬ ਇਹ ਵਾਲੀ ਇਸਤਾਰ, ਥਰਡ ਵਾਲੀ ਕੰਜੂਗੇਸ਼ਨ ਹੋ ਗਈ ਇਸਤਾ, ਠੀਕ ਹੈ। ਜੇਕਰ ਵੀਵਰਸ ਫਿਰ ਵੀ ਕੋਈ ਕਨਫਿਊਜ਼ਨ ਰਹਿ ਜਾਵੇ, ਮਤਲਬ ਕੋਈ ਚੀਜ਼ ਸਮਝ ਨਾ ਲੱਗੇ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ। ਥਰਡ ਪਰਸਨ ਦੇ ਲਈ ਇਸਤਾ, ਇਹ ਮੇਨ ਵਰਬ ਇਹੀ, ਇਸੀ ਮਤਲਬ ਦੇਖੋ ਸਲਾਈਡ ਦੇ ਵਿੱਚ ਕਿੰਨੀ ਵਾਰੀ ਆਪਾਂ ਜਿਹੜਾ ਹੈ ਇਸਤਾ ਆ ਗਿਆ, ਮਤਲਬ ਇਸਤਾ ਇਜ਼ ਹੁੰਦਾ ਹੈ ਪੰਜਾਬੀ ਦਾ। ਇਸ ਦੇ ਵਿੱਚ ਨੈਕਸਟ ਸੈਂਟੈਂਸ ਦੇ ਵਿੱਚ ਏਲ, ਵਾਲੋਰ, ਦਿਲ, ਦੋਲੋਰ, ਇਸ ਦਾ ਸੁਬੀਐਂਦੋ, ਇਸ ਦੇ ਵਿੱਚ ਜਿਹੜੀ ਮੇਨ ਵਰਬ ਆਈ ਸੀਗੀ ਸੁਬੀਐਂਦੋ ਦੇ ਪਿੱਛੇ ਵਰਬ ਸੁਬੀਰ, ਔਰ ਜਿਹੜੀ ਈ ਏਰੇ ਹੈ ਉਹ ਈਐਂਦੋ ਬਣ ਗਿਆ। ਇੱਥੇ ਆਂਦੋ ਔਰ ਇੱਥੇ ਈਐਂਦੋ, ਕਿਉਂਕਿ ਵਰਬ ਜਿਹੜੀ ਹੈ ਈ ਏਰੇ ਤੇ ਡ੍ਰੌਪ ਹੋ ਰਹੀ ਹੈ, ਇੱਥੇ ਆ ਏਰੇ ਤੇ। ਨੈਕਸਟ ਸੈਂਟੈਂਸ ਦੇ ਵਿੱਚ ਵਿਊਅਰਸ ਕੁਛ ਵੀ ਖਾਸ ਗ੍ਰਾਮਰ ਨਹੀਂ ਹੈ, ਮਤਲਬ ਸਿੰਪਲ ਹੀ ਹੈ। ਕੰਗ੍ਰੈਚੁਲੇਸ਼ਨਸ ਟੂ ਆਲ, ਲਾ ਕਾਸਾ ਏਸਤਾ ਇਨਵੇਂਤਾ, ਔਰ ਜਿਹੜਾ ਏਸਤਾ ਹੈ ਸੇਮ ਉਹੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਵੀ ਇੰਪੋਰਟੈਂਟ ਵਰਬ ਹੈ ਏਸਤਾ, ਮਤਲਬ ਇਜ਼। ਵਿਊਅਰਸ ਉਮੀਦ ਹੈ ਕਿ ਤੁਹਾਨੂੰ ਗ੍ਰਾਮਰ ਵੀ ਸਮਝ ਆਈ ਹੋਵੇਗੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਔਰ ਵੋਕੈਬਲਰੀ ਵੀ, ਠੀਕ ਹੈ। ਜੇਕਰ ਕੁਛ ਲੋਕ ਇੱਦਾਂ ਕਹਿੰਦੇ ਨੇ ਕਿ ਗ੍ਰਾਮਰ ਸਿੱਖਣੀ ਜ਼ਰੂਰੀ ਨਹੀਂ ਤਾਂ ਇਕੱਲੀ ਵੋਕੈਬਲਰੀ ਸਿੱਖ ਲਓ, ਬਟ ਜੇਕਰ ਤੁਸੀਂ ਵੋਕੈਬਲਰੀ ਸਿੱਖੀ ਹੋਏਗੀ, ਗ੍ਰਾਮਰ ਨਹੀਂ ਆਉਂਦੀ ਹੋਵੇਗੀ, ਕਿ ਤੁਸੀਂ ਕਿਸ ਤਰੀਕੇ ਨਾਲ ਸੈਂਟੈਂਸ ਬਣਾਓਗੇ। ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹਨ। ਜੇਕਰ ਮੇਰੀ ਇਸ ਵੀਡੀਓ ਦਾ ਤੁਹਾਨੂੰ ਪੜ੍ਹਾਉਣ ਦਾ ਤਰੀਕਾ, ਜਿੱਦਾਂ ਸਮਝਾਉਣ ਦਾ ਤਰੀਕਾ ਸਹੀ ਲੱਗਾ ਤਾਂ ਪਲੀਜ਼ ਕਮੈਂਟ ਜ਼ਰੂਰ ਕਰਨਾ, ਤੇ ਜੇਕਰ ਨਹੀਂ ਵੀ ਪਸੰਦ ਲੱਗਾ ਤਾਂ ਵੀ ਤੁਸੀਂ ਆਪਣੀ ਜਿਹੜੀ ਰਾਏ ਹੈ ਦੱਸ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਤੁਸੀਂ ਗੁੱਡ ਵੀਡੀਓ ਹੀ ਕਹਿਣਾ ਹੈ, ਤੁਸੀਂ ਆਪਣੀ ਰਾਏ ਵੀ ਦੇ ਸਕਦੇ ਹੋ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।